ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਵੈਲਕਮ ਟੂ ਮਾਈ ਚੈਨਲ। ਤੇ ਮੈਂ ਹਾਜ਼ਰ ਹਾਂ ਆਪਣੀ ਐਗਰੀਕਲਚਰ ਦੀ ਦੂਜੀ ਵੀਡੀਓ ਲੈ ਕੇ। ਫਸਟ ਆਫ ਆਲ ਮੈਂ ਜਾਣਦਾ ਕਿ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਦੂਜੀ ਵੀਡੀਓ ਲਿਆਉਣ ਦੇ ਵਿੱਚ, ਬਟ ਕੁਝ ਪ੍ਰੋਬਲਮਸ ਆ ਗਈ ਸੀ, ਇਸ ਕਰਕੇ ਨਹੀਂ ਲਿਆ ਪਾਇਆ। ਲੇਕਿਨ ਹੁਣ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਟਾਈਮ ਟੂ ਟਾਈਮ ਆਪਣੀ ਵੀਡੀਓਜ਼ ਮੈਂ ਅਪਲੋਡ ਕਰਦਾ ਰਹਾਂ। ਅਤੇ ਜਿਹੜੀ ਅੱਜ ਦੀ ਵੀਡੀਓ ਹੈ, ਤੁਸੀਂ ਟਾਈਟਲ ਤੋਂ ਦੇਖ ਹੀ ਲਿਆ ਹੋਣਾ ਕਿ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਐਗਰੀਕਲਚਰ ਦੇ ਕੁਝ ਇੰਸਟੀਟਿਊਸ਼ਨਸ ਦੀ, ਜਿਹੜੇ ਕਿ ਬਹੁਤ ਜ਼ਿਆਦਾ ਪੁਰਾਣੇ ਨੇ ਅਤੇ ਜਿਨ੍ਹਾਂ ਦੇ ਬੇਸਿਕਲੀ ਅੱਜ ਆਪਾਂ ਹਿਸਟਰੀ ਬਾਰੇ ਗੱਲ ਕਰਾਂਗੇ ਵੀ ਉਹ ਇੰਸਟੀਟਿਊਟਸ ਕਦੋਂ ਬਣੇ ਅਤੇ ਉਹਨਾਂ ਦਾ ਕੰਮ ਕੀ ਹੈ। ਅਤੇ ਇਹ ਕੁਝ ਚੁਣਿੰਦਾ 3 ਤੋਂ 4 ਇੰਸਟੀਟਿਊਟਸ ਨੇ ਜਿਨ੍ਹਾਂ ਦੇ ਉੱਪਰ ਬੇਸਿਕਲੀ ਪੂਰੇ ਇੰਡੀਆ ਦੀ ਐਗਰੀਕਲਚਰ ਡਿਪੈਂਡ ਕਰਦੀ ਹੈ। ਤਾਂ ਫਸਟ ਆਫ ਆਲ ਜਿਹੜਾ ਸਭ ਤੋਂ ਪਹਿਲਾਂ ਹੈਗਾ ਉਹ ਹੈਗਾ ਇੰਡੀਅਨ ਕਾਉਂਸਿਲ ਆਫ ਐਗਰੀਕਲਚਰ ਰਿਸਰਚ, ਜਿਹੜਾ ਕਿ ICAR ਦੇ ਨਾਮ ਤੋਂ ਬਹੁਤ ਜ਼ਿਆਦਾ ਫੇਮਸ ਹੈ। ਇਹ ਹੈ ਕਿ ਇਟ ਇਜ਼ ਰਿਸਪੋਂਸੀਬਲ ਫॉर ਕੋਆਰਡੀਨੇਟਿੰਗ ਐਗਰੀਕਲਚਰ ਐਜੂਕੇਸ਼ਨ ਐਂਡ ਰਿਸਰਚ ਇਨ ਇੰਡੀਆ। ਸੋ ਇਹ ਉਹ ਇੰਸਟੀਟਿਊਟ ਹੈ ਜਿਹੜਾ ਜ਼ਿੰਮੇਦਾਰ ਹੈ ਐਗਰੀਕਲਚਰ ਦੀ ਕੋਆਰਡੀਨੇਸ਼ਨ ਵਾਸਤੇ ਇੰਡੀਆ ਦੇ ਵਿੱਚ, ਅਤੇ ਇਹ ਰਿਸਰਚ ਕਰਾਉਣ ਦੇ ਵਿੱਚ ਵੀ ਹੈਲਪ ਕਰਦਾ ਹੈ। ਇਹ ਬਣਿਆ ਕਦੋਂ ਸੀ? 16 ਜੁਲਾਈ 1929 ਦੇ ਵਿੱਚ ਇਹ ਬਣਿਆ ਸੀਗਾ। ਉਦੋਂ ਇੱਕ ਰਿਪੋਰਟ ਸਬਮਿਟ ਕੀਤੀ ਗਈ ਸੀ ਰਾਇਲ ਕਮਿਸ਼ਨ ਆਫ ਐਗਰੀਕਲਚਰ, ਜਿਹੜਾ ਕਿ 1928 ਦੇ ਵਿੱਚ ਇਹਨਾਂ ਨੇ ਇੱਕ ਰਿਪੋਰਟ ਸਬਮਿਟ ਕੀਤੀ ਸੀਗੀ ਇੰਡੀਅਨ ਐਗਰੀਕਲਚਰ ਸਿਸਟਮ ਦੇ ਉੱਤੇ, ਅਤੇ ਇੰਡੀਅਨ ਐਗਰੀਕਲਚਰ ਦੇ ਵਿੱਚ ਕੀ ਸੁਧਾਰ ਆਉਣੇ ਚਾਹੀਦੇ ਨੇ, ਕੀ ਚੇਂਜਸ ਚਾਹੀਦੇ ਨੇ, ਉਹਦੇ ਵਾਸਤੇ ਇਹ ਇੱਕ ਕਮਿਸ਼ਨ ਬਣਿਆ ਸੀ ਜਿਸ ਦਾ ਚੇਅਰਮੈਨ ਸੀਗਾ ਲਾਰਡ ਲਿੰਥਗੋ, ਜਿਹੜਾ ਕਿ ਇੰਡੀਆ ਦਾ ਵਾਇਸਰੋਏ ਵੀ ਰਹਿ ਚੁੱਕਿਆ 1936 ਤੋਂ ਲੈ ਕੇ 1944 ਤੱਕ। ਅਤੇ ਇਹ ਭਾਈ ਸਾਹਿਬ ਉਦੋਂ ਚੇਅਰਮੈਨ ਸੀਗੇ। ਤਾਂ ਇਹਨਾਂ ਨੇ ਇਹ ਕਮਿਸ਼ਨ ਬਣਾਇਆ। ਕਮਿਸ਼ਨ ਬਣਾਉਣ ਤੋਂ ਬਾਅਦ 1928 ਦੇ ਵਿੱਚ ਇਹਨਾਂ ਨੇ ਰਿਪੋਰਟ ਸਬਮਿਟ ਕੀਤੀ, ਅਤੇ ਉਸ ਤੋਂ 1 ਸਾਲ ਬਾਅਦ 16 ਜੁਲਾਈ 1929 ਨੂੰ ਜਾ ਕੇ ICAR ਹੋਂਦ ਦੇ ਵਿੱਚ ਆਇਆ। ਜਦੋਂ ICAR ਬਣਿਆ ਸੀ ਤਾਂ ਉਦੋਂ ਇਹਦਾ ਨਾਮ ਇੰਪੀਰੀਅਲ ਕਾਉਂਸਿਲ ਆਫ ਐਗਰੀਕਲਚਰ ਐਂਡ ਰਿਸਰਚ ਹੁੰਦਾ ਸੀ, ਨਾ ਕਿ ਇੰਡੀਅਨ ਕਾਉਂਸਿਲ ਆਫ ਐਗਰੀਕਲਚਰ ਰਿਸਰਚ। ਅਤੇ ਇਨ 1946 ਕੀ ਹੋਇਆ, ਜੋਗਿੰਦਰ ਸਿੰਘ ਦੀ ਰეკਮੈਂਡੇਸ਼ਨ ਉੱਤੇ ਇੰਪੀਰੀਅਲ ਵਰਡਸ ਨੂੰ ਇੰਡੀਅਨ ਵਰਡ ਦੇ ਨਾਲ ਰਿਪਲੇਸ ਕਰ ਦਿੱਤਾ ਸੀਗਾ। ਅਤੇ ਹੁਣ ਜਿਹੜੇ ਜੋਗਿੰਦਰ ਸਿੰਘ ਸੀਗੇ ਇਹ ਮੈਂਬਰ ਸੀਗੇ ਵਾਇਸਰੋਏ ਐਗਜ਼ੀਕਿਊਟਿਵ ਕਾਉਂਸਿਲ ਦੇ। ਅਤੇ ਇਹਨਾਂ ਨੇ 1946 ਦੇ ਵਿੱਚ ਇੱਕ ਕਮੇਟੀ ਬਣਾਈ ਸੀ ਜਿਸ ਦੀ ਰੈਕਮੈਂਡੇਸ਼ਨ ਉੱਤੇ IITs ਇੰਡੀਆ ਦੇ ਵਿੱਚ ਹੋਂਦ ਦੇ ਵਿੱਚ ਆਈਆਂ, IITs ਬਣੀਆਂ ਇਹਨਾਂ ਦੀ ਕਮੇਟੀ ਦੀ ਰੈਕਮੈਂਡੇਸ਼ਨ ਦੇ ਉੱਤੇ। ਇਨ 1940 ਦੇ ਵਿੱਚ ICAR ਨੇ ਇੱਕ ਪਬਲਿਸ਼ ਕੀਤੀ ਸੀ ਆਪਣੀ ਸਭ ਤੋਂ ਪਹਿਲੀ ਮੰਥਲੀ ਮੈਗਜ਼ੀਨ, ਜਿਹਦਾ ਨਾਮ ਸੀ ਇੰਡੀਅਨ ਫਾਰਮਿੰਗ, ਜਿਹੜੀ ਅੱਜ ਤੱਕ ਪਬਲਿਸ਼ ਕੀਤੀ ਜਾ ਰਹੀ ਹੈ, ਕੋਈ ਵੀ ਇਹਨੂੰ ਖਰੀਦ ਸਕਦਾ। ਅਤੇ ਜਿਹੜੀ ICAR ਦਾ ਪ੍ਰੈਜ਼ੀਡੈਂਟ ਹੁੰਦਾ, ਜੇ ਪ੍ਰੈਜ਼ੀਡੈਂਟ ਦੀ ਗੱਲ ਕੀਤੀ ਜਾਵੇ, ਉਹ ਕੌਣ ਹੁੰਦਾ? ਯੂਨੀਅਨ ਮਿਨਿਸਟਰ ਆਫ ਐਗਰੀਕਲਚਰ ਹੁੰਦਾ। ਅਤੇ ਜਿਹੜੇ ਇਸ ਟਾਈਮ ਨੇ ਸਾਡੇ ਦੇਸ਼ ਦੇ ਉਹ ਹੈਗਾ ਸ਼੍ਰੀ ਨਰਿੰਦਰ ਸਿੰਘ ਤੋਮਰ ਜੀ। ਅਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਹੈਗੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਂਭੀ ਹੋਈ ਹੈ ਐਗਰੀਕਲਚਰ ਡਿਪਾਰਟਮੈਂਟ। ਅੱਗੇ ਚੱਲਦੇ ਹਾਂ। ਇਨ 1965 ICAR ਬਿਕਮ ਅਟੋਨਮਸ ਬੋਡੀ। ਅਟੋਨਮਸ ਕੀ ਹੁੰਦਾ? ਇੰਡੀਪੈਂਡੈਂਟ ਬੋਡੀ ਬਣ ਗਈ ਸੀ ਇਹ, ਇਸ ਤੋਂ ਪਹਿਲਾਂ ਨਹੀਂ ਸੀ। ਅਤੇ ਫਸਟ ਪ੍ਰੈਜ਼ੀਡੈਂਟ ਆਫ ICAR ਕੌਣ ਸੀ? ਖਾਨ ਬਹਾਦੁਰ ਸਰ ਮੁਹੰਮਦ ਹਬੀਬੁੱਲਾ। ਹੀ ਵਾਜ਼ ਦ ਫਸਟ ਪ੍ਰੈਜ਼ੀਡੈਂਟ ਆਫ ICAR। ਆਫਟਰ ਦੈਟ ਫਸਟ ਡਾਇਰੈਕਟਰ ਜਨਰਲ ਡਾਕਟਰ BP ਪਾਲ ਸੀਗੇ, ਇਨ 1965 ਦੇ ਵਿੱਚ ਬਣੇ ਇਹ। ਪ੍ਰੈਜ਼ੈਂਟ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਟਾਈਮ ਉਹ ਹੈਗਾ ਸ਼੍ਰੀ ਨਰਿੰਦਰ ਸਿੰਘ ਤੋਮਰ। ICAR ਜਿਹੜੀ ਹੈ ਉਹ ਇਜ਼ ਦ ਲਾਰਜੈਸਟ ਨੈਟਵਰਕ ਆਫ ਐਗਰੀਕਲਚਰ ਰਿਸਰਚ ਐਂਡ ਐਜੂਕੇਸ਼ਨ ਇਨ ਵਰਲਡ, ਜੋ ਕਿ ਇੱਕ ਬਹੁਤ ਪ੍ਰਾਊਡ ਵਾਲੀ ਗੱਲ ਹੈ ਸਾਡੇ ਵਾਸਤੇ। ਨੈਕਸਟ ਚੱਲਦੇ ਹਾਂ ਹੁਣ ਅੱਗੇ। ICAR ਦੇ ਕੁਝ ਆਪਦੇ ਇੰਸਟੀਟਿਊਟਸ ਨੇ ਜਿਹੜੀਆਂ ਇਹਦੇ ਅੰਡਰ ਕੰਮ ਕਰਦੇ ਨੇ, ਅੰਦਰ ਚੱਲਦੇ ਨੇ। ਉਹ ਹੈਗਾ 4, ਤਾਂ ਇਹਦੇ ਵਿੱਚ 4 ਡੀਮਡ ਯੂਨੀਵਰਸਿਟੀਜ਼ ਆਉਂਦੀਆਂ ਨੇ ਇਸ ਦੇ ਅੰਦਰ। 65 ICAR ਇੰਸਟੀਟਿਊਟ ਹੈਗੇ ਨੇ। 14 ਨੈਸ਼ਨਲ ਰਿਸਰਚ ਸੈਂਟਰਸ ਚਲਾਏ ਜਾਂਦੇ ਨੇ। 6 ਨੈਸ਼ਨਲ ਬਿਊਰੋਕਸ ਹੈਗੇ ਆ। 13 ਡਾਇਰੈਕਟਰੇਟਸ ਜਾਂ ਪ੍ਰੋਜੈਕਟ ਡਾਇਰੈਕਟਰੇਟਸ ਨੇ ਜਿਹੜੇ ICAR ਦੇ ਅੰਡਰ ਚੱਲ ਰਹੇ ਨੇ। ਅਤੇ ICAR ਦਾ ਹੈੱਡਕੁਆਟਰ ਹੈਗਾ ਨਿਊ ਦਿੱਲੀ। ਸੈਕਿੰਡ ਹੈ ਆਪਣੇ ਕੋਲ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਰਿਸਰਚ ਐਜੂਕੇਸ਼ਨ, DARE ਦੇ ਨਾਮ ਨਾਲ ਵੀ ਬਹੁਤ ਫੇਮਸ ਹੈਗਾ। ਇਹ ਨੋਡਲ ਏਜੰਸੀ ਹੈ ਕਿਸ ਦੀ? ਇੰਟਰਨੈਸ਼ਨਲ ਕੋਆਪਰੇਸ਼ਨ ਇਨ ਦ ਏਰੀਆ ਆਫ ਐਗਰੀਕਲਚਰ ਰਿਸਰਚ ਐਂਡ ਐਜੂਕੇਸ਼ਨ ਇਨ ਇੰਡੀਆ। ਹੁਣ ਇਹ ਕਦੋਂ ਬਣੀ ਸੀ? ਇਹ ਬਣੀ ਸੀ 1973 ਦੇ ਵਿੱਚ ਔਨ ਗਜੇਂਦਰ ਗਟਕਰ ਕਮੇਟੀ, ਇਹਨਾਂ ਦੀ ਰੈਕਮੈਂਡੇਸ਼ਨ ਦੇ ਉੱਤੇ ਬਣੀ ਸੀ। ਗਜੇਂਦਰ ਗਟਕਰ ਵਾਜ਼ 7 CGI ਚੀਫ ਜਸਟਿਸ ਆਫ ਇੰਡੀਆ। 1964 ਤੋਂ 1966 ਤੱਕ ਸਾਡੇ ਦੇਸ਼ ਦੇ CGI ਰਹੇ ਨੇ 7th। ਅਤੇ ਇਹ ਜਿਹੜੀ ਕਮੇਟੀ ਬਣੀ ਸੀ ਇਹ ਬਣੀ ਸੀ 1966 ਦੇ ਵਿੱਚ ਫॉर ਰਿਵਿਊ ਪੋਲਿਸੀ ਐਂਡ ਰਿਕਰੂਟਮੈਂਟ ਪੋਲਿਸੀ ਇਨ ਐਗਰੀਕਲਚਰ। ਨੈਕਸਟ ਹੈ ਜਿਹੜਾ ਡਾਇਰੈਕਟਰ ਜਨਰਲ ਹੁੰਦਾ ICAR ਦਾ, ਜਿਹੜਾ ਆਪਾਂ ਹੁਣ ਪ੍ਰੀਵੀਅਸ ਇੰਸਟੀਟਿਊਟ ਪੜ੍ਹਿਆ ਸੀਗਾ ICAR ਇੰਡੀਅਨ ਕਾਉਂਸਿਲ ਆਫ ਐਗਰੀਕਲਚਰ ਐਂਡ ਰਿਸਰਚ, ਉਸਦਾ ਜਿਹੜਾ ਡਾਇਰੈਕਟਰ ਜਨਰਲ ਹੁੰਦਾ ਉਹੀ ਸੈਕਟਰੀ ਹੁੰਦਾ DARE ਦਾ। DARE ਜੋ ਇੰਸਟੀਟਿਊਟ ਆਪਾਂ ਪੜ੍ਹ ਰਹੇ ਹਾਂ, ਇਸ ਦਾ ਜਿਹੜਾ
ਸੈਕਟਰੀ ਹੁੰਦਾ, ਸੈਕਟਰੀ ਆਫ ਇੰਚਾਰਜ। ਉਹ ਕੌਣ ਹੁੰਦਾ? ਉਹ ਹੁੰਦਾ DG ਆਫ ICAR। ਡੇਅਰ ਜਿਹੜੀ ਹੈ ਇਹ ਕੋਈ ਅਟੋਨਮਸ ਬੋਡੀ ਨਹੀਂ ਹੈ, ਇਹ ਆਉਂਦੀ ਹੈ ਮਿਨਿਸਟਰੀ ਆਫ ਐਗਰੀਕਲਚਰ ਐਂਡ ਫੂਡ ਦੇ ਅੰਡਰ ਆਉਂਦੀ ਹੈ। ਇਸ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਮਿਨਿਸਟਰੀ ਆਫ ਐਗਰੀਕਲਚਰ ਐਂਡ ਫੂਡ ਦਾ ਹੈਗਾ। ਇਹਨਾਂ ਦਾ ਹੈੱਡਕੁਆਟਰ ਵੀ ਨਿਊ ਦਿੱਲੀ ਦੇ ਵਿੱਚ ਹੀ ਹੈਗਾ। ਜਿਵੇਂ ICAR ਦੇ ਕੁਝ ਆਪਣੇ ਇੰਸਟੀਟਿਊਟ ਸੀਗੇ, ਉਵੇਂ ਡੇਅਰ ਦੇ ਵੀ ਕੁਝ ਹੋਰ ਅਟੋਨਮਸ ਬੋਡੀ ਇਹਦੇ ਅੰਡਰ, ਇਹਦੇ ਐਡਮਿਨਿਸਟ੍ਰੇਸ਼ਨ ਕੰਟਰੋਲ ਹੈਗਾ ਡੇਅਰ ਦਾ ਉਹਨਾਂ ਦੇ ਉੱਤੇ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ICAR। ਇਸ ਦੇ ਉੱਤੇ ਵੀ ਐਡਮਿਨਿਸਟ੍ਰੇਸ਼ਨ ਕੰਟਰੋਲ ਜਿਹੜਾ ਉਹ ਡੇਅਰ ਦਾ ਹੈਗਾ। ਦੂਜਾ ਹੈਗਾ CAR, ਸੈਂਟਰਲ ਐਗਰੀਕਲਚਰ ਯੂਨੀਵਰਸਿਟੀ, ਇੰਪਾਲ ਦੇ ਵਿੱਚ ਹੈ। ਡਾਕਟਰ ਰਾਜਿੰਦਰ ਪ੍ਰਸਾਦ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ, ਬਿਹਾਰ। ਰਾਣੀ ਲక్ష్ਮੀਬਾਈ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ, ਝਾਂਸੀ, ਜੋ ਕਿ UP ਦੇ ਵਿੱਚ ਹੈ, ਯੂਨੀਅਨ ਪ੍ਰੋਵਿੰਸ ਆਫ ਅਵਧ ਜਿਹਨੂੰ ਕਹਿੰਦੇ ਸੀ। ਤਾਂ ਇਹ 4 ਇੰਸਟੀਟਿਊਟਸ ਨੇ ਜਿਨ੍ਹਾਂ ਦਾ ਐਡਮਿਨਿਸਟ੍ਰੇਟਿਵ ਕੰਟਰੋਲ ਜੋ ਹੈਗਾ ਉਹ ਡੇਅਰ ਦੇ ਕੋਲ ਹੈਗਾ। ਹੁਣ ਨੈਕਸਟ ਹੈਗੀ ਹੈ ਗੋਬਿੰਦ ਬੱਲਭ ਪੰਤ ਐਗਰੀਕਲਚਰ ਐਂਡ ਟੈਕਨੀਕਲ ਯੂਨੀਵਰਸਿਟੀ। ਬਹੁਤ ਫੇਮਸ ਯੂਨੀਵਰਸਿਟੀ ਹੈਗੀ ਹੈ ਇਹ। ਫਸਟ ਐਗਰੀਕਲਚਰ ਯੂਨੀਵਰਸਿਟੀ ਸੀ ਇੰਡੀਆ ਦੀ, ਇਸ ਕਰਕੇ ਵੀ ਫੇਮਸ ਹੈ। ਇਹ ਬਣੀ ਸੀ 1960 ਦੇ ਵਿੱਚ 17 ਨਵੰਬਰ ਨੂੰ ਬਾਈ ਜਵਾਹਰ ਲਾਲ ਨਹਿਰੂ ਜੀ ਦੀ ਸੋਚ ਸੀ, ਉਹਨਾਂ ਦੇ ਇਨੀਸ਼ੀਏਟਿਵ ਸੀਗਾ ਐਜ਼ ਉੱਤਰ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ। ਤਾਂ ਇਸ ਦਾ ਜਿਹੜਾ ਫਸਟ ਨੇਮ ਆਪਾਂ ਕਹਿ ਸਕਦੇ ਹਾਂ ਉਹ ਸੀਗਾ ਉੱਤਰ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ, ਇਸ ਦਾ ਫਸਟ ਨੇਮ ਸੀ। ਇਨੀਸ਼ੀਅਲੀ ਇਟ ਵਾਜ਼ ਇਨ UP, ਇਨੀਸ਼ੀਅਲੀ ਇਹ UP ਦੇ ਵਿੱਚ ਸੀ। ਨਾਓ ਇਨ ਪੰਤਨਗਰ ਨੀਅਰ ਦੇਹਰਾਦੂਨ, ਉੱਤਰਾਖੰਡ। ਇਹ ਹੁਣ ਕਿੱਥੇ ਹੈਗੀ ਹੈ? ਹੁਣ ਹੈਗੀ ਹੈ ਉੱਤਰਾਖੰਡ, ਪੰਤਨਗਰ ਇੱਕ ਜਗ੍ਹਾ ਹੈਗੀ ਹੈ ਦੇਹਰਾਦੂਨ ਦੇ ਕੋਲ, ਉੱਥੇ ਹੀ ਸਿਚੁਏਟਡ ਹੈ। ਪਹਿਲਾਂ UP ਦੇ ਵਿੱਚ ਸੀ, ਉੱਥੋਂ ਸ਼ਿਫਟ ਹੋ ਗਈ ਬਾਅਦ ਚੋਂ ਦੇਹਰਾਦੂਨ। ਐਕਚੁਅਲ ਦੇ ਵਿੱਚ 1972 ਦੇ ਵਿੱਚ ਇਸ ਦਾ ਨੇਮ ਚੇਂਜ ਕੀਤਾ ਗਿਆ ਗੋਬਿੰਦ ਬੱਲਭ ਪੰਤ ਯੂਨੀਵਰਸਿਟੀ ਤੋਂ UPAU, ਇਨ ਦ ਮੈਮਰੀ ਆਫ ਫਸਟ ਚੀਫ ਮਿਨਿਸਟਰ ਆਫ UP ਪੰਡਿਤ ਗੋਬਿੰਦ ਬੱਲਭ ਪੰਤ। ਤਾਂ ਜਿਹੜੇ ਗੋਬਿੰਦ ਬੱਲਭ ਪੰਤ ਸੀਗੇ ਇਹ ਸੀਗੇ ਫਸਟ ਚੀਫ ਮਿਨਿਸਟਰ ਆਫ UP ਐਂਡ ਮੈਂਬਰ ਆਫ ਇੰਡੀਆ ਫਸਟ ਯੂਨੀਅਨ ਕੈਬਨਿਟ ਵੀ ਇਹ ਰਹੇ ਨੇ। ਇਹਨਾਂ ਦੇ ਨਾਮ ਦੇ ਉੱਤੇ ਵੀ ਯੂਨੀਵਰਸਿਟੀ, ਇਸ ਤੋਂ ਇਲਾਵਾ ਕਾਲਜਿਸ ਹੈਗੇ ਨੇ ਅਤੇ ਇਹਨਾਂ ਦੇ ਨਾਮ ਦੇ ਉੱਤੇ ਅਵਾਰਡਸ ਵੀ ਦਿੱਤੇ ਜਾਂਦੇ ਨੇ। ਜਿਹੜੀ ਇਹ ਯੂਨੀਵਰਸਿਟੀ ਹੈ ਗੋਬਿੰਦ ਬੱਲਭ ਪੰਤ ਐਗਰੀਕਲਚਰ ਯੂਨੀਵਰਸਿਟੀ, ਇਹ ਹੈਗੀ ਹੈ ਲੈਂਡ ਗ੍ਰੈਂਟ ਯੂਨੀਵਰਸਿਟੀ ਮਾਡਲ ਆਫ USA। ਇਸ ਦੇ ਮਾਡਲ ਉੱਤੇ ਬੇਸਡ ਯੂਨੀਵਰਸਿਟੀ ਹੈ। ਇਹ ਇੱਕ ਯੂਨੀਵਰਸਿਟੀ ਹੈ USA ਦੇ ਵਿੱਚ, ਉਸਦਾ ਜਿਹੜਾ ਇਹਨਾਂ ਨੇ ਇੱਕ ਬੇਸ ਚੱਕਿਆ, ਮਤਲਬ ਉਸਦੇ ਫੰਡਾਮੈਂਟਸ ਚੱਕੇ, ਉਸਦੇ ਹਿਸਾਬ ਦੇ ਉੱਤੇ ਇਹ ਵਾਲੀ ਯੂਨੀਵਰਸਿਟੀ ਜਿਹੜੀ ਇੰਡੀਆ 'ਚ ਬਣਾਈ ਗਈ ਉਸ ਸਮੇਂ। ਇਹਦੀ ਰეკਮੈਂਡੇਸ਼ਨ ਹੋਈ ਸੀਗੀ, ਫਸਟ ਐਜੂਕੇਸ਼ਨ ਕਮਿਸ਼ਨ ਬਣਿਆ ਸੀਗਾ ਜਿਹੜਾ 1949 ਦੇ ਵਿੱਚ। ਦੇਸ਼ ਦਾ ਸਭ ਤੋਂ ਪਹਿਲਾ ਐਜੂਕੇਸ਼ਨ ਕਮਿਸ਼ਨ ਬਣਿਆ ਜਿਹੜਾ 1949, ਜੋ ਕਿ ਹੈਡ ਕੀਤਾ ਸੀਗਾ ਸਰਵਪੱਲੀ ਰਾਧਾ ਕ੍ਰਿਸ਼ਨ ਜੀ ਨੇ, ਜੋ ਕਿ ਫਸਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਐਂਡ ਸੈਕਿੰਡ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਰਹੇ ਨੇ, ਜਿਨ੍ਹਾਂ ਦੇ ਬਰਥ ਦੇ ਉੱਤੇ ਅਸੀਂ ਟੀਚਰਸ ਡੇ ਸੈਲੀਬ੍ਰੇਟ ਕਰਦੇ ਹਾਂ। ਉਹਨਾਂ ਨੇ ਹੈਡ ਕੀਤਾ ਜੀ ਫਸਟ ਐਜੂਕੇਸ਼ਨ ਕਮਿਸ਼ਨ, ਅਤੇ ਉਹਨਾਂ ਨੇ ਰეკਮੈਂਡ ਕੀਤੀ ਸੀ ਇਹ ਯੂਨੀਵਰਸਿਟੀ ਬਣਾਉਣ ਵਾਸਤੇ ਔਨ ਦ ਬੇਸਿਸ ਆਫ ਲੈਂਡ ਗ੍ਰਾਂਟ ਯੂਨੀਵਰਸਿਟੀ ਮਾਡਲ ਆਫ USA। ਤਾਂ ਉਸ ਤੋਂ ਬਾਅਦ ਇਹ ਬਣੀ। ਜਿਵੇਂ ਪਹਿਲਾਂ ਹੀ ਗੱਲ ਕੀਤੀ ਹੈ ਮੈਂ ਵੀ ਗੋਬਿੰਦ ਬੱਲਭ ਪੰਤ ਅਵਾਰਡ ਦਿੱਤਾ ਜਾਂਦਾ ਇਨ ਐਗਰੀਕਲਚਰ ਫੀਲਡ ਐਂਡ ਟੂ ਬੈਸਟ ਪਾਰਲੀਮੈਂਟਰੀਅਨ। ਇਹ ਹਰੇਕ ਸਾਲ ਦਿੱਤਾ ਜਾਂਦਾ ਹੈ ਅਵਾਰਡ, ਬੈਸਟ ਪਾਰਲੀਮੈਂਟਰੀਅਨ ਦਾ ਅਵਾਰਡ ਵੀ ਦਿੱਤਾ ਜਾਂਦਾ ਹੈ। ਜਿਹੜਾ ਫਸਟ ਅਵਾਰਡ ਦਿੱਤਾ ਗਿਆ ਸੀਗਾ ਉਹ ਦਿੱਤਾ ਗਿਆ ਸੀ ਮਿਸਟਰ ਇੰਦਰਜੀਤ ਗੁਪਤਾ ਨੂੰ। ਇਹ CPI ਦੇ ਮੈਂਬਰ ਸੀਗੇ, ਕਮਿਊਨਿਸਟ ਪਾਰਟੀ ਆਫ ਇੰਡੀਆ, ਉਹਨਾਂ ਦੇ ਸੀ। ਇਹਨਾਂ ਨੂੰ ਫਸਟ ਅਵਾਰਡ ਮਿਲਿਆ ਸੀਗਾ ਫਸਟ ਟਾਈਮ ਆਫ ਬੈਸਟ ਪਾਰਲੀਮੈਂਟਰੀਅਨ। ਨੈਕਸਟ ਯੂਨੀਵਰਸਿਟੀ ਹੈਗੀ ਹੈ ਜਾਂ ਨੈਕਸਟ ਇੰਸਟੀਟਿਊਟ ਹੈਗਾ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ IARI। ਇਹ ਬਣਿਆ ਸੀ 1 ਅਪ੍ਰੈਲ 1905 ਨੂੰ ਅੰਡਰ ਦਾ ਗਾਈਡੈਂਸ ਆਫ ਲਾਰਡ ਕਰਜ਼ਨ, ਜੋ ਕਿ ਵਾਇਸਰੋਏ ਸੀਗਾ ਇੰਡੀਆ ਦਾ 1905 ਦੇ ਵਿੱਚ। ਅਤੇ 1905 ਦੇ ਵਿੱਚ ਹੀ ਪੰਜਾਬ ਦਾ ਨਾਂ 7th ਟਾਈਮ ਚੇਂਜ ਹੋਇਆ ਸੀ ਐਜ਼ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, NWFP ਚੇਂਜ ਕਰ ਦਿੱਤਾ ਗਿਆ ਸੀ ਪੰਜਾਬ ਦਾ ਨਾਂ, ਜਿਸ ਦੇ ਉੱਤੇ ਬਹੁਤ ਫੇਮਸ ਮੂਵੀਜ਼ ਕੇਸਰੀ ਬਣੀ ਹੈ, ਕਿਉਂਕਿ ਉੱਥੇ ਜਿਹੜੀ ਲੜਾਈ ਹੋਈ ਸੀ 21/6 ਦੀ, ਠੀਕ ਹੈ, ਹੁਣ ਲੋਕਾਂ ਨੂੰ ਜਾ ਕੇ ਪਤਾ ਲੱਗਿਆ। ਤਾਂ ਇਹ ਉਦੋਂ ਹੀ 1905 ਦੇ ਵਿੱਚ ਇਹ ਨਾਮ ਚੇਂਜ ਹੋਇਆ ਸੀ ਪੰਜਾਬ ਦਾ 7ਵੀਂ ਵਾਰੀ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ। 1905 ਦੇ ਵਿੱਚ ਪਾਰਟੀਸ਼ਨ ਹੋਈ ਸੀ 16 ਅਕਤੂਬਰ 1905 ਨੂੰ ਬੰਗਾਲ ਦੀ, 2 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ। ਜਿਹੜੀ ਇਹ ਇੰਸਟੀਟਿਊਟ ਹੈਗਾ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ, ਇਹ ਇਨੀਸ਼ੀਅਲੀ ਸਿਚੁਏਟਡ ਸੀਗਾ ਪੂਸਾ, ਜੋ ਕਿ ਬਿਹਾਰ ਦੇ ਵਿੱਚ ਇੱਕ ਜਗ੍ਹਾ ਹੈਗੀ ਆ, ਬਟ
ਅਰਥਕੁਏਕ ਆਇਆ ਸੀ 1936 ਦੇ ਵਿੱਚ 1936 ਦੇ ਵਿੱਚ, ਜਿਹਦੇ ਕਰਕੇ ਇਹ ਯੂਨੀਵਰਸਿਟੀ ਨੂੰ ਦਿੱਲੀ ਸ਼ਿਫਟ ਕਰ ਦਿੱਤਾ ਗਿਆ ਅਤੇ ਹੁਣ ਇਹ ਦਿੱਲੀ ਦੇ ਵਿੱਚ ਹੈ। ਅਤੇ ਦਿੱਲੀ ਦੇ ਜਿੱਥੇ ਸਿਚੁਏਟਡ ਆ ਉੱਥੇ ਵੀ ਜਿਹੜੀ ਜਗ੍ਹਾ ਹੈ ਉਹਦਾ ਨਾਮ ਵੀ ਪੂਸਾ ਹੈ। ਤਾਂ ਇਹ ਪੂਸਾ ਇੰਸਟੀਟਿਊਟ ਦੇ ਨਾਮ ਨਾਲ ਵੀ ਬਹੁਤ ਜ਼ਿਆਦਾ ਫੇਮਸ ਹੈ। ਓਰੀਜਨਲ ਨੇਮ ਜਿਹੜਾ ਇਸਦਾ ਸੀਗਾ ਜਦੋਂ ਇਹ ਬਣੀ ਹੈ, ਇਨੀਸ਼ੀਅਲੀ ਜਦੋਂ ਇਹਦਾ ਨਾਮ ਰੱਖਿਆ ਗਿਆ ਉਹ ਸੀਗਾ ਐਗਰੀਕਲਚਰ ਰਿਸਰਚ ਇੰਸਟੀਟਿਊਟ, ਲੇਕਿਨ ਹੁਣ ਇਹਦਾ ਨਾਮ ਹੈਗਾ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ IARI। ਇਸਦਾ ਜਿਹੜਾ ਇਨੀਸ਼ੀਅਲ ਨੇਮ ਤੋਂ ਫਸਟ ਟਾਈਮ ਜਿਹੜੇ ਇਹਦਾ ਨਾਮ ਚੇਂਜ ਕੀਤਾ ਗਿਆ ਉਹ 1911 ਦੇ ਵਿੱਚ ਚੇਂਜ ਕੀਤਾ ਗਿਆ ਸੀ, ਇੰਪੀਰੀਅਲ ਇੰਸਟੀਟਿਊਟ ਆਫ ਐਗਰੀਕਲਚਰ ਰਿਸਰਚ। ਅਤੇ ਸੈਕਿੰਡ ਟਾਈਮ ਇਹਦਾ ਦੁਬਾਰਾ ਨਾਮ ਚੇਂਜ ਕੀਤਾ ਗਿਆ 1919 ਦੇ ਵਿੱਚ, ਜਦੋਂ ਇੰਪੀਰੀਅਲ ਐਗਰੀਕਲਚਰ ਰਿਸਰਚ ਇੰਸਟੀਟਿਊਟ ਇਹਦਾ ਨਾਮ ਰੱਖਿਆ ਗਿਆ। ਉਸ ਤੋਂ ਬਾਅਦ ਜੇ 1911 ਦੀ ਗੱਲ ਕਰੀਏ ਤਾਂ 1911 ਦੇ ਵਿੱਚ ਬੰਗਾਲ ਪਾਰਟੀਸ਼ਨ ਜਿਹੜੀ ਹੋਈ ਸੀ 1905 ਦੇ ਵਿੱਚ, ਉਸ ਨੂੰ ਕਾਲਡ ਆਫ ਕਰ ਲਿਆ ਗਿਆ ਸੀਗਾ, ਮਤਲਬ ਕਿ ਪਾਰਟੀਸ਼ਨ ਨੂੰ ਕੈਂਸਲ ਕਰ ਦਿੱਤਾ ਗਿਆ ਸੀ। ਅਤੇ 1919 'ਚ ਜਦੋਂ ਇਹਦਾ ਦੂਜੀ ਵਾਰੀ ਨਾਮ ਰੀਨੇਮ ਹੋਇਆ ਉਸ ਟਾਈਮ ਵੀ ਇੱਕ ਬਹੁਤ ਵੱਡਾ ਇੰਸੀਡੈਂਟ ਹੋਇਆ ਸੀ, ਜਲਿਆਂਵਾਲਾ ਬਾਗ ਮੈਸਕੇਅਰ। ਇਹ ਹੋਇਆ ਸੀ 1919 ਦੇ ਵਿੱਚ। 1911 ਦੇ ਵਿੱਚ ਬੰਗਾਲ ਪਾਰਟੀਸ਼ਨ ਕਾਲਡ ਆਫ ਹੋ ਗਈ ਸੀ ਅਤੇ 1919 ਦੇ ਵਿੱਚ ਜਲਿਆਂਵਾਲਾ ਬਾਗ ਮੈਸਕੇਅਰ ਹੋਇਆ ਸੀ। ਨੈਕਸਟ ਚੱਲਦੇ ਹਾਂ। IARI ਜੋ ਹੈ ਉਹ ਇੱਕ ਡੀਮਡ ਯੂਨੀਵਰਸਿਟੀ ਹੈ ਅਤੇ UGC ਤੋਂ ਅਪਰੂਵਡ ਹੈ। ਇਸਦੇ ਜਿਹੜੇ ਫਸਟ ਇੰਡੀਅਨ ਡਾਇਰੈਕਟਰ ਸੀ ਉਹ ਸੀ ਮਿਸਟਰ B ਵਿਸ਼ਵਨਾਥ, ਅਤੇ ਜਿਹੜੇ ਪ੍ਰੈਜ਼ੈਂਟ ਹੈਗੇ ਆ ਉਹ ਹੈਗੇ ਡਾਕਟਰ ਅਸ਼ੋਕ ਕੁਮਾਰ ਸਿੰਘ, ਹੀ ਇਜ਼ ਦ ਪ੍ਰੈਜ਼ੈਂਟ ਡਾਇਰੈਕਟਰ। So that's it about this. Now move to the another institute which is National Bank for Agriculture and Research Rural Development, NABARD, ਜੋ ਕਿ ਬਹੁਤ ਜ਼ਿਆਦਾ ਫੇਮਸ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਐਗਰੀਕਲਚਰ ਦਾ ਸਭ ਤੋਂ ਐਗਰੀਕਲਚਰ ਦੀ RBI ਹੈ। ਜਿਵੇਂ RBI ਸਾਰੇ ਬੈਂਕਾਂ ਦੀ ਨਿਗਰਾਨੀ ਕਰਦੀ ਹੈ, ਉਵੇਂ ਹੀ NABARD ਇੱਕ ਇਹੋ ਜਿਹਾ ਇੰਸਟੀਟਿਊਟ ਹੈ ਜਿਹਨੂੰ ਐਗਰੀਕਲਚਰ ਫੀਲਡ ਦੇ ਵਿੱਚ ਸਭ ਦੀ ਇੱਕ ਕੀ ਵਾਚਰ ਹੈਗੀ ਹੈ। ਅਤੇ ਜੇ ਕਿਸੇ ਨੂੰ ਲੋਨ ਚਾਹੀਦਾ ਜਾਂ ਕੁਛ ਚਾਹੀਦਾ, ਜਿਹੜੇ ਅੱਗੇ RRBs ਹੈਗੇ ਨੇ, ਰੀਜਨਲ ਰੂਰਲ ਬੈਂਕਸ ਹੈਗੇ ਆ, ਜਾਂ ਜਿਹੜੇ ਕੋਆਪਰੇਟਿਵ ਬੈਂਕਸ ਹੈਗੇ ਆ, ਉਹਨਾਂ ਦੇ ਉੱਤੇ ਨਿਗਾਹ ਰੱਖਦੀ ਹੈ NABARD। ਇਹ ਬਣੀ ਸੀ ਔਨ ਦਾ ਰეკਮੈਂਡੇਸ਼ਨ ਆਫ B ਸਿਵਾਰਮਨ ਕਮੇਟੀ ਦੇ 12 ਜੁਲਾਈ 1982 ਦੇ ਵਿੱਚ। ਇਟ ਇਜ਼ ਅ ਸਪੈਸ਼ਲਾਈਜ਼ਡ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਇਨ ਇੰਡੀਆ। ਜਿਵੇਂ ਪਹਿਲਾਂ ਹੀ ਗੱਲ ਕੀਤੀ ਹੈ, ਸਪੈਸ਼ਲਾਈਜ਼ਡ ਬੈਂਕ ਹੈਗਾ ਇੱਕ NABARD, ਬੇਸਿਕਲੀ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਵਾਸਤੇ। ਇਸਦਾ ਹੈੱਡ ਆਫਿਸ ਹੈਗਾ ਮੁੰਬਈ ਦੇ ਵਿੱਚ। ਫਸਟ ਚੇਅਰਮੈਨ ਸੀ ਇਹਦੇ M ਰਾਮਾਕ੍ਰਿਸ਼ਨਈਆ, ਪ੍ਰੈਜ਼ੈਂਟ ਚੇਅਰਮੈਨ ਹੈਗੇ GR ਚਿੰਟਾਲਾ। ਸੋ ਇਹ ਸੀ ਕੁਛ ਇੰਸਟੀਟਿਊਟਸ ਜਿਹੜੇ ਪੁਰਾਣੇ ਨੇ ਅਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਬੇਸ ਦੇ ਉੱਤੇ ਸਾਰੀ ਐਗਰੀਕਲਚਰ ਚੱਲਦੀ ਹੈ ਅੱਜ ਦੇ ਟਾਈਮ ਦੇ ਵਿੱਚ। ਇਸ ਤੋਂ ਬਿਨਾਂ ਹੁਣ ਕੁਛ ਸਟੱਡੀਜ਼ ਨੇ ਜਿਹੜੀਆਂ ਐਗਰੀਕਲਚਰ ਨਾਲ ਰਿਲੇਟਡ ਹੈਗੀਆਂ ਜਾਂ ਐਗਰੀਕਲਚਰ ਫੀਲਡ ਦੇ ਨਾਲ ਕਿਤੇ ਨਾ ਕਿਤੇ ਰਿਲੇਟ ਕਰਦੀਆਂ, ਉਹਨਾਂ ਬਾਰੇ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈਗੀ ਹੈ ਵਿਟੀਕਲਚਰ, ਜਿਹਨੂੰ ਆਪਾਂ ਕਹਿੰਦੇ ਸਟੱਡੀ ਆਫ ਕਲਟੀਵੇਸ਼ਨ ਆਫ ਗ੍ਰੇਪਸ ਅੰਗੂਰਾਂ ਦੀ ਕਾਸਤ ਕਰਨ ਵਾਸਤੇ ਜਿਹੜੀ ਸਟੱਡੀ ਕੀਤੀ ਜਾਂਦੀ ਹੈ ਉਹ ਹੁੰਦੀ ਹੈ ਵਿਟੀਕਲਚਰ। ਸੈਕਿੰਡ ਹੈ ਸੈਰੀਕਲਚਰ, ਰੀਅਰਿੰਗ ਆਫ ਸਿਲਕਵਰਮ, ਸਿਲਕ ਫਾਰਮਿੰਗ ਵੀ ਕਹਿ ਦਿੰਦੇ ਹਾਂ ਇਹਨੂੰ। ਓਲੈਰੀਕਲਚਰ ਹੈ ਸਟੱਡੀ ਆਫ ਵੈਜੀਟੇਬਲ ਸਾਇੰਸ। ਐਂਟੋਮੋਲੋਜੀ ਹੈ ਸਟੱਡੀ ਆਫ ਇਨਸੈਕਟਸ, ENT ਐਂਟ ਤੋਂ, ਇਸ ਤਰ੍ਹਾਂ ਐਂਟ ਤੋਂ ਯਾਦ ਰੱਖ ਸਕਦੇ ਹੋ ਇਨਸੈਕਟਸ, ਠੀਕ ਹੈ। ਪੈਡੋਲੋਜੀ ਹੈ ਸਟੱਡੀ ਆਫ ਸੋਇਲ। ਆਪਾਂ ਐਗਰੀਕਲਚਰ ਦੇ ਪਹਿਲੇ ਲੈਕਚਰ 'ਚ ਸਭ ਤੋਂ ਸੋਇਲ ਜਦੋਂ ਪੜ੍ਹਿਆ ਸੀ ਉਦੋਂ ਪੜ੍ਹਿਆ ਸੀ ਵੀ ਪੈਡੋਲੋਜੀ ਕੀ ਹੁੰਦੀ ਹੈ, ਸਟੱਡੀ ਆਫ ਸੋਇਲ। ਨੈਕਸਟ ਹੈ ਫਲੋਰੀਕਲਚਰ, ਸਟੱਡੀ ਆਫ ਫਲਾਵਰਸ ਐਂਡ ਔਰਨਾਮੈਂਟਲ ਪਲਾਂਟਸ। ਫਲੋਰੀ ਤੋਂ ਯਾਦ ਕਰ ਸਕਦੇ ਹੋ ਫਲਾਵਰ। ਪੋਮੋਲੋਜੀ ਸਟੱਡੀ ਆਫ ਫਰੂਟਸ। ਫਿਨੋਲੋਜੀ ਹੈ ਸਟੱਡੀ ਆਫ ਪੀਰੀਓਡਿਕ ਪਲਾਂਟਸ, ਜਿਹੜੇ ਸੀਜ਼ਨਲ ਪਲਾਂਟਸ ਹੁੰਦੇ ਆ ਜੀ, ਬੇਸਿਕਲੀ ਇਹ ਗੱਲ ਕੀਤੀ ਜਾਵੇ ਜਿਹੜੇ ਪਰਟੀਕੂਲਰ ਸੀਜ਼ਨਸ 'ਚ ਹੁੰਦੇ ਨੇ। ਹਾਰਟੀਕਲਚਰ ਗਰੋਇੰਗ ਆਫ ਵੈਜੀਟੇਬਲ ਫਰੂਟਸ ਫਲਾਵਰਸ ਫॉर ਕਮਰਸ਼ੀਅਲ ਪਰਪਸ ਓਨਲੀ, ਬੇਸਿਕਲੀ ਵੇਚਣ ਵਾਸਤੇ ਜਿਹੜੇ ਕਰਦੇ ਨੇ ਉਹਨਾਂ ਦੀ ਜਿਹੜੀ ਕਾਸਤ ਹੈ ਸਬਜ਼ੀਆਂ ਦੀ, ਫਰੂਟਸ ਦੀ, ਫਲਾਂ ਦੀ ਅਤੇ ਫੁੱਲਾਂ ਦੀ, ਉਹ ਹਾਰਟੀਕਲਚਰ ਦੇ ਵਿੱਚ ਆਉਂਦੇ ਆ। ਲਾਸਟ ਹੈਗਾ ਸਿਲਵੀਕਲਚਰ, ਡਿਵੈਲਪਮੈਂਟ ਆਫ ਫੋਰੈਸਟ, ਜੋ ਕਿ ਬਹੁਤ ਇੰਪੋਰਟੈਂਟ ਹੈ ਅੱਜ ਦੇ ਟਾਈਮ 'ਚ, ਜੋ ਕਿ ਘੱਟਦੇ ਜਾ ਰਹੇ ਨੇ ਇੰਡੀਆ ਦੇ ਵਿੱਚ। ਸੋ ਦੈਟਸ ਇਟ ਗਾਇਜ਼, ਹੋਪ ਕਰਦਾ ਤੁਹਾਨੂੰ ਪਸੰਦ ਆਇਆ ਹੋਣਾ ਅੱਜ ਦਾ ਲੈਕਚਰ। ਜੇ ਪਸੰਦ ਆਇਆ ਤਾਂ ਪਲੀਜ਼ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੀਡੀਓ ਪਲੀਜ਼ ਪੂਰੀ ਦੇਖਿਆ ਕਰੋ, ਕਿਉਂਕਿ ਮਿਹਨਤ ਲੱਗਦੀ ਹੈ ਬਣਾਉਣ ਦੇ ਵਿੱਚ। ਅਤੇ ਮੈਂ ਐਪਰੀਸ਼ੀਏਟ ਕਰਦਾ ਜਿਨ੍ਹਾਂ ਨੇ ਮੇਰੀ ਪ੍ਰੀਵੀਅਸ ਵੀਡੀਓ ਨੂੰ ਲਾਈਕ ਕੀਤਾ ਅਤੇ ਅੱਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ। ਤਾਂ ਪਲੀਜ਼ ਹੁਣ ਵੀ ਸ਼ੇਅਰ ਕਰੋ, ਲਾਈਕ ਕਰੋ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਥੈਂਕ ਯੂ।